ਇੱਕ ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਅਤ ਹਨੂਮਾਨ ਸੋਧ ਕੋ ਪਠੈਬੋ। ਹੁਣ ਹਨੂਮਾਨ ਨੂੰ ਖੋਜ ਲਈ ਭੇਜਣ ਦਾ ਪ੍ਰਸੰਗ। ਗੀਤਾ ਮਾਲਤੀ ਛੰਦ। ਦਲਬਾਟ ਚਾਰ ਦਿਸਾ ਪਠਿਓ, ਹਨੂਵੰਤ ਲੰਕ ਪਠੇ ਦਏ। ਸੁਗਰੀਵ ਨੇ ਆਪਣੀ ਸੈਨਾ ਦੇ ਦਲ ਵੰਡ ਕੇ ਦੋਹਾਂ ਦਿਸ਼ਾਵਾਂ ਵਿੱਚ ਭੇਜ ਦਿੱਤੇ ਅਤੇ ਹਨੂਮਾਨ ਨੂੰ ਲੰਕਾ ਭੇਜ ਦਿੱਤਾ। ਲੈ ਮੁਦ੍ਰਿਕਾ ਲਖ ਬਾਰਿਦੈ, ਜਹਸੀ ਹੁਤੀ ਤਹ ਜਾਤ ਪੇ। ਲੈ ਮੁਦ੍ਰਿਕਾ ਲਖ ਬਾਰਿਧੈ, ਜਹਸੀ ਹੁਤੀ ਤਹ ਜਾਤ ਭੇ। ਹਨੂਮਾਨ ਨਿਸ਼ਾਨੀ ਵਜੋਂ ਰਾਮ ਜੀ ਦੀ ਮੁੰਦਰੀ ਲੈ ਕੇ ਅਤੇ ਸਮੁੰਦਰ ਲੰਘ ਕੇ ਜਿੱਥੇ ਸੀਤਾ ਜੀ ਰਹਿੰਦੀ ਸੀ ਉੱਥੇ ਚਲੇ ਗਏ। ਪੁਰ ਜਾਰ ਅਛ ਕੁਮਾਰ ਛੈ, ਬਨ ਟਾਰ ਕੈ ਫਿਰ ਆਇਓ। ਲੰਕਾ ਸ਼ਹਿਰ ਨੂੰ ਸਾੜ ਕੇ ਰਾਵਣ ਦੇ ਪੁੱਤਰ ਅਛੇ ਕੁਮਾਰ ਨੂੰ ਮਾਰ ਕੇ ਅਸ਼ੋਕ ਬਾਗ ਨੂੰ ਉਜਾੜ ਕੇ ਫਿਰ ਸ਼੍ਰੀ ਰਾਮ ਕੋਲ ਪਰਤ ਆਏ। ਕ੍ਰਿਤ ਚਾਰ ਜੋ ਅਮਰਾਰ ਕੋ, ਸਭ ਰਾਮ ਤੀਰ ਜਤਾਇਓ। ਰਾਵਣ ਅਮਰਾਰ ਨੇ ਜੋ ਆਚਾਰ ਕੀਤੇ ਸਨ ਉਹ ਸਾਰੇ ਰਾਮ ਕੋਲ ਆ ਕੇ ਦੱਸ ਦਿੱਤੇ। ਦਲ ਜੋਰ ਕੋਰ ਕਰੋਰ ਲੈ, ਬਡ ਕੋਰ ਤੋਰ ਸਭੈ ਚਲੇ। ਸ਼੍ਰੀ ਰਾਮ ਚੰਦਰ ਨੇ ਕਰੋੜਾਂ ਦਲ ਇਕੱਠੇ ਕਰ ਲਏ ਅਤੇ ਸਾਰੇ ਤੀਬਰ ਗਤੀ ਨਾਲ ਚੱਲ ਪਏ। ਰਾਮ ਚੰਦਰ ਸੁਗਰੀਵ ਲਛਮਨ ਔਰ ਸੂਰ ਭਲੇ ਭਲੇ। ਸ਼੍ਰੀ ਰਾਮ ਚੰਦਰ ਸੁਗਰੀਵ ਲਕਸ਼ਮਣ ਅਤੇ ਹੋਰ ਚੰਗੇ ਸੂਰਮੇ ਸਨ। ਜਾਮਵੰਤ ਸੁਖੈਨ ਨੀਲ, ਹਣਵੰਤ ਅੰਗਦ ਕੇਸਰੀ। ਜਾਮਵੰਤ, ਸੁਖੈਨ, ਨੀਲ, ਹਨੂਮਾਨ, ਅੰਗਦ ਤੇ ਕੇਸਰੀ ਆਦਿ। ਕਪ ਪੂਤ ਜੂਥ ਪਜੂਥ ਲੈ, ਉਮਟੇ ਚਹੂੰ ਦਿਸ ਕੈ ਛਰੀ। ਸੈਨਾਪਤੀ ਜੁਦਪ ਬੰਦਰਾਂ ਦੇ ਝੁੰਡ ਲੈ ਕੇ ਚੌਹਾਂ ਪਾਸਿਆਂ ਤੋਂ ਬੱਦਲਾਂ ਦੀ ਝੜੀ ਵਾਂਗ ਚੜੇ ਆਉਂਦੇ ਸਨ। ਪਾਟ ਬਾਰਿਦ ਰਾਜ ਕਉ, ਕਰ ਬਾਟ ਲਾਗ ਗਏ ਜਬੇ। ਜਦੋਂ ਸਮੁੰਦਰ ਪਾਰ ਕਰਕੇ ਅਤੇ ਰਸਤਿਆਂ ਨੂੰ ਲੰਘ ਕੇ ਲੰਕਾ ਟਾਪੂ ਵਿੱਚ ਪਹੁੰਚ ਗਏ। ਦੂਤ ਦਇਤਨ ਕੇ ਹੁਤੇ, ਤਬ ਦੌਰ ਰਾਵਨ ਪੈ ਗਏ। ਤਾਂ ਜਿਹੜੇ ਦੈਂਤਾਂ ਦੇ ਦੂਤ ਸਨ ਉਹ ਭੱਜ ਕੇ ਰਾਵਣ ਕੋਲ ਗਏ। ਰਣਸਾਜ ਬਾਜ ਸਭੇ ਕਰੋ, ਇੱਕ ਬੇਨਤੀ ਮਨ ਮਾਨੀਏ। ਉਹ ਰਾਵਣ ਨੂੰ ਕਹਿਣ ਲੱਗੇ ਕਿ ਯੁੱਧ ਦੀ ਤਿਆਰੀ ਦੇ ਸਾਰੇ ਸਾਜ਼ ਕਰੋ, ਪਰ ਮੇਰੀ ਇੱਕ ਬੇਨਤੀ ਮੰਨ ਲਵੋ। ਗੜ ਲੰਕ ਬੰਕ ਸੰਭਾਰੀਏ, ਰਘੁਬੀਰ ਆਗਮ ਜਾਣੀਏ। ਕਿ ਲੰਕਾ ਦੇ ਸੋਹਣੇ ਕਿਲੇ ਨੂੰ ਸੰਭਾਲ ਲਵੋ ਕਿਉਂਕਿ ਰਾਮ ਚੰਦਰ ਦਾ ਆਗਮਨ ਹੋ ਗਿਆ ਹੈ। ਤੂਮਰ ਅਛ ਸੂ ਜਾਬ ਮਾਲ, ਬੁਲਾਏ ਵੀਰ ਪਠੈ ਦਏ। ਰਾਵਣ ਨੇ ਦੂਤ ਦੀ ਗੱਲ ਸੁਣ ਕੇ ਤੂਮਰ ਅਛ ਅਤੇ ਜਾਬਮਾਲ ਨੂੰ ਬੁਲਾ ਕੇ ਦੋਹਾਂ ਸੂਰਮਿਆਂ ਨੂੰ ਭੇਜ ਦਿੱਤਾ। ਸੋਰ ਕੋਰ ਕਰੋਰ ਕੈ, ਜਹਾਂ ਰਾਮ ਥੇ ਤਹਾਂ ਜਾਤ ਪੈ। ਇਹ ਦੋਵੇਂ ਵੱਡੇ ਹੱਲੇ ਗੁੱਲੇ ਨਾਲ ਕਈ ਕਰੋੜਾਂ ਸੈਨਿਕ ਨਾਲ ਲੈ ਕੇ
ਜਿੱਥੇ ਸ਼੍ਰੀ ਰਾਮ ਉਤਰੇ ਹੋਏ ਸਨ ਉੱਥੇ ਪਹੁੰਚ ਗਏ। ਰੋਸ ਕੇ ਹਨਵੰਤ ਥਾ ਪਗ ਰੋਪ ਪਾਵ ਪ੍ਰਹਾਰੀਅਨ। ਗੁੱਸਾ ਖਾ ਕੇ ਹਨੂਮਾਨ ਨੇ ਉਸ ਥਾਂ ਉੱਤੇ ਪੈਰ ਗੱਡ ਕੇ ਪ੍ਰਹਾਰ ਕੀਤਾ। ਜੂਝ ਭੂਮ ਗਿਰਿਓ ਬਲੀ ਸੁਰ ਲੋਕ ਮਾਚ ਬਿਹਾਰੀਅਨ। ਅਤੇ ਇੱਕ ਸੂਰਮਾ ਤੂਮਰ ਅਚ ਯੁੱਧ ਕਰਦਾ ਧਰਤੀ ਉੱਤੇ ਡਿੱਗ ਪਿਆ ਅਤੇ ਦੇਵਲੋਕ ਵਿੱਚ ਪਹੁੰਚ ਗਿਆ। ਜਾਬ ਮਾਲ ਪਿਰੇ ਕਛੂ ਪੁਨ ਮਾਰ ਐਸੇ ਏ ਕਹਿ ਲਏ। ਜਾਬ ਮਾਲ ਪਿਰੇ ਕਛੂ ਪੁਨ ਮਾਰ ਐਸੇ ਈ ਕਹਿ ਲਏ। ਜਾਬ ਮਾਲ ਕੁਝ ਚਿਰ ਲਈ ਲੜਿਆ, ਫਿਰ ਉਸ ਨੂੰ ਅੰਤ ਵਿੱਚ ਉਸੇ ਤਰ੍ਹਾਂ ਮਾਰ ਦਿੱਤਾ ਗਿਆ। ਪਾਜ ਕੀਨ ਪ੍ਰਵੇਸ਼ ਲੰਕ ਸੰਦੇਸ਼ ਰਾਵਣ ਸੋ ਦਏ। ਸੈਨਾ ਨੇ ਭੱਜ ਕੇ ਲੰਕਾ ਵਿੱਚ ਪ੍ਰਵੇਸ਼ ਕੀਤਾ ਅਤੇ ਰਾਵਣ ਨੂੰ ਸੁਨੇਹਾ ਦਿੱਤਾ। ਤੂਮ ਰਾਜ ਸੁਜਾਬ ਮਾਲ ਦਹੂੰ ਰਾਘਵ ਜੂ ਹਰਿਓ। ਕਿ ਤੂਮਰ ਅਚ ਅਤੇ ਜਾਬਮਲ ਇਹਨਾਂ ਦੋਹਾਂ ਨੂੰ ਸ਼੍ਰੀ ਰਾਮ ਨੇ ਮਾਰ ਦਿੱਤਾ ਹੈ। ਹੈ ਕਛੂ ਪ੍ਰਭ ਕੇ ਹੀਏ ਸ਼ੁਭ ਮੰਤਰ ਆਵਤ ਸੋ ਕਰੋ। ਜੋ ਕੁਛ ਪ੍ਰਭੂ ਰਾਵਣ ਦੇ ਦਿਲ ਵਿੱਚ ਸ਼ੁਭ ਸਲਾਹ ਆਉਂਦੀ ਹੈ ਉਹੀ ਕਰੋ। ਪੇਖ ਤੀਰ ਅਕੰਪ ਨੇ ਦਲ ਸੰਗ ਦੇ ਸੂ ਪਠੇ ਦਇਓ। ਰਾਵਣ ਨੇ ਆਪਣੇ ਕੋਲ ਅਕੰਪਨ ਨਾਮ ਦੇ ਯੋਧੇ ਨੂੰ ਵੇਖ ਕੇ ਸੈਨਾ ਸਹਿਤ ਯੁੱਧ ਲਈ ਭੇਜ ਦਿੱਤਾ। ਪਾਤ ਪਾਤ ਬਜੇ ਬਜੰਤਰ ਨਿਨਤ ਸਤ ਪੁਰੀ ਪਇਓ। ਤਰ੍ਹਾਂ ਤਰ੍ਹਾਂ ਦੇ ਵਾਜੇ ਵੱਜਣ ਲੱਗੇ ਅਤੇ ਲੰਕਾਪੁਰੀ ਵਿੱਚ ਲਗਾਤਾਰ ਧੁਨ ਹੋਣ ਲੱਗੀ। ਸੁਰਰਾਏ ਆਦ ਪ੍ਰਹਸਤ ਤੇ ਇਹ ਪਾਤ ਮੰਤਰ ਵਿਚਾਰਿਓ। ਇੰਦਰ ਅਤੇ ਪ੍ਰਹਸਤ ਆਦਿ ਨੇ ਵਿਚਾਰਪੂਰਵਕ ਸਲਾਹ ਦਿੱਤੀ। ਸੀਯ ਦੇ ਮਿਲੋ ਰਘੁਰਾਜ ਕੋ ਕਸੁਰੋਸ ਰਾਵ ਸੰਭਾਰਿਓ। ਹੇ ਰਾਜਨ, ਸੀਤਾ ਦੇ ਕੇ ਰਾਮਚੰਦਰ ਨਾਲ ਮਿਲ ਜਾਓ। ਕਿਸ ਲਈ ਗੁੱਸੇ ਨੂੰ ਪਾਲ ਰਹੇ ਹਨ? ਛਪਿਆ ਛੰਦ। ਛਲ ਹਲੰਤ ਤਰਵਾਰ ਬਜਤ ਬਾਜੰਤਰ ਮਹਾਤੁਨ। ਤਲਵਾਰਾਂ ਚਿਲ-ਮਿਲ ਕਰਦੀਆਂ ਹਨ ਅਤੇ ਘੋਰ ਧੁਨ ਨਾਲ ਵਾਜੇ ਵੱਜਦੇ ਹਨ। ਖੜ ਹੜੰਤ ਖਹਿ ਖੋਲ ਧਿਆਨ ਤਜ ਪਰਤ ਚਵਧ ਮੁਨ। ਉਹਨਾਂ ਦੇ ਕਵਚਾਂ ਜਾਂ ਸਿਰ ਦੇ ਟੋਪਾਂ ਨਾਲ ਠਹਿਕਣ ਤੋਂ ਖੜ-ਖੜ ਦੀ ਆਵਾਜ਼ ਹੁੰਦੀ ਹੈ, ਜਿਸ ਦੇ ਤੜਕੇ ਨਾਲ ਮੁਨੀਆਂ ਦੇ ਧਿਆਨ ਛੁੱਟ ਰਹੇ ਹਨ। ਇੱਕ ਇੱਕ ਲੈ ਚਲੇ ਇੱਕ ਤਨ ਇੱਕ ਅਰੁੱਛੇ। ਇੱਕ ਸੂਰਮੇ ਇਕੰਨਾ ਨੂੰ ਚੁੱਕ ਕੇ ਲੈ ਗਏ ਹਨ ਅਤੇ ਇੱਕ ਇਕੰਨਾ ਨਾਲ ਉਧ ਵਿੱਚ ਰੁੱਝੇ ਹੋਏ ਸਨ। ਅੰਧ ਤੁੰਦ ਪਰ ਗਈ ਹੱਥ ਅਰ ਮੁਖ ਨਾ ਸਜੇ। ਸੰਘਣੀ ਧੁੰਦ ਪੈ ਗਈ ਹੈ, ਜਿਸ ਕਰਕੇ ਹੱਥ ਅਤੇ ਮੂੰਹ ਨਹੀਂ ਦਿੰਦੇ। ਸਮੂਹੇ ਸੂਰ ਸਾਵੰਤ ਸਭ ਫੌਜ ਰਾਜ ਅੰਗਦ ਸਮਰ। ਯੁੱਧ ਭੂਮੀ ਵਿੱਚ ਸਾਹਮਣੇ ਸੂਰਵੀਰ ਖੜੇ ਹਨ ਅਤੇ ਅੰਗਦ ਰਾਜੇ ਦੀ ਸੈਨਾ ਡਟੀ ਹੋਈ ਹੈ।
ਜੈ ਸਦ ਨਿਨਦ ਬੇਹੱਦ ਹੂੰ, ਤਨੁ ਜੰਪੰਤ ਸੁਰਪੁਰ ਅਮਰ। ਜੈ ਸਦ ਨਿਨਦ ਬੇਹੱਦ ਹੂੰ, ਤਨੁ ਜੰਪਤ ਸੁਰਪੁਰ ਅਮਰ। ਸ਼੍ਰੀ ਰਾਮ ਚੰਦਰ ਦੀ ਜੈ ਦੀ ਸਦ ਇੱਕ ਸਾਰ ਬਹੁਤ ਅਧਿਕ ਹੋ ਰਹੀ ਹੈ ਅਤੇ ਸਵਰਗ ਵਿੱਚ ਦੇਵਤੇ ਤਨ ਤਨ ਕਰ ਰਹੇ ਹਨ। ਇਤ ਅੰਗਦ ਯੁਵਰਾਜ ਦੁਤੀਆ, ਦਿਸ ਬੀਰ ਅਕੰਪਨ। ਇੱਧਰੋਂ ਯੁਵਰਾਜ ਅੰਗਦ ਹੈ ਅਤੇ ਦੂਜੇ ਰਾਵਣ ਦੇ ਪਾਸਿਓਂ ਅਕੰਪਨ ਸੂਰਮਾ ਹੈ। ਇੱਧਰੋਂ ਯੁਵਰਾਜ ਅੰਗਦ ਹੈ ਅਤੇ ਦੂਜੇ ਰਾਵਣ ਦੇ ਪਾਸਿਓਂ ਅਕੰਪਨ ਸੂਰਮਾ ਹੈ। ਕਰਤ ਬ੍ਰਿਸ਼ਟ ਸਰ ਤਾਰ ਤਜਤ ਨਹੀਂ ਨੈਕ ਅਯੋਧਨ। ਦੋਵੇਂ ਤੀਰਾਂ ਦੀ ਲਗਾਤਾਰ ਵਰਖਾ ਕਰਦੇ ਹਨ ਅਤੇ ਯੁੱਧ ਭੂਮੀ ਨੂੰ ਜ਼ਰਾ ਜਿੰਨਾ ਵੀ ਛੱਡਦੇ ਨਹੀਂ ਹਨ। ਹੱਥ ਪੱਥ ਮਿਲ ਗਈ ਲੁੱਥ ਬਿਥਰੀ ਅਹਾੜਨ। ਅੰਤ ਨੂੰ ਦੋਹਾਂ ਦੇ ਹੱਥ ਇੱਕ ਦੂਜੇ ਦੀ ਵੱਖੀ ਵਿੱਚ ਪੈ ਗਏ ਅਤੇ ਯੁੱਧ ਭੂਮੀ ਵਿੱਚ ਲੋਥਾਂ ਖਿਲਰ ਗਈਆਂ। ਕੁੰਮੇ ਘਾਏ ਅਘਾਏ ਬੀਰ ਬੰਕੜੇ ਬਬਾੜਨ। ਕਾਇਲ ਹੋਏ ਸੂਰਮੇ ਘੇਰਨੀਆਂ ਖਾ ਰਹੇ ਹਨ। ਯੁੱਧ ਕਰਮ ਨਾਲ ਰੱਜ ਕੇ ਸੂਰਮੇ ਲਲਕਾਰਦੇ ਹਨ। ਟਿੱਖਤ ਬੈਠ ਬਿਬਾਣ ਬਰ, ਤਨ ਤਨ ਜੰਪਤ ਅਮਰ। ਦੇਵਤੇ ਸੁੰਦਰ ਵਿਮਾਨਾਂ ਵਿੱਚ ਬੈਠ ਕੇ ਯੁੱਧ ਨੂੰ ਵੇਖ ਰਹੇ ਸਨ ਅਤੇ ਤਨ ਤਨ ਜਪ ਰਹੇ ਸਨ। ਪਵਪੂਤ ਭਵਿਖਯ ਪਵਾਨ ਮੋ ਅਬ ਲਗ ਲਖਿਓ ਨਾ ਅਸ ਸਮਰ। ਅਤੇ ਕਹਿੰਦੇ ਹਨ ਕਿ ਭੂਤ ਭਵਿਖ ਅਤੇ ਵਰਤਮਾਨ ਵਿੱਚ ਹੁਣ ਤੱਕ ਅਜਿਹਾ ਯੁੱਧ ਨਹੀਂ ਵੇਖਿਆ। ਕਹੂੰ ਮੁੰਡ ਪਿਖਿਯਹ ਕਹੂੰ ਪੱਕ ਰੁੰਡ ਪਰੇ ਤਰ। ਕਿਤੇ ਰਣਭੂਮੀ ਵਿੱਚ ਸਿਰ ਦਿਸਦੇ ਹਨ ਅਤੇ ਕਿਤੇ ਧਰਤੀ ਉੱਤੇ ਪਏ ਧੜ ਪੱਕ ਪੱਕ ਕਰਦੇ ਹਨ। ਕਿਤਹੀ ਜਾਗ ਤਰਫੰਤ ਕਹੂੰ ਉਛਰੰਤ ਸੂ ਛਬ ਕਰ। ਕਿਤੇ ਟੰਗ ਤੜਫਦੀ ਹੈ ਅਤੇ ਕਿਤੇ ਸੁੰਦਰ ਛਵੀ ਵਾਲਾ ਹੱਥ ਉਛਲਦਾ ਹੈ। ਪਰਤ ਪੱਤਰ ਖੇਚਰਨ ਕਹੂੰ ਚਾਵੰਡ ਚਿਕਾਰੇ। ਕਿਤੇ ਜੋਗਣੀਆਂ ਲਹੂ ਦੇ ਖੱਪਰ ਭਰਦੀਆਂ ਹਨ ਅਤੇ ਕਿਤੇ ਇੱਲਾਂ ਛੀਕਦੀਆਂ ਹਨ। ਕਿਲਕਤ ਕਤਹ ਮਸਾਨ ਕਹੂੰ ਪੈਰਵ ਪਪਕਾਰੇ। ਕਿਤੇ ਮਸਾਣ ਕਿਲਕਾਰਦੇ ਹਨ ਅਤੇ ਕਿਤੇ ਪੈਰਵ ਪਪਕਾ ਮਾਰਦੇ ਹਨ। ਇਹ ਪਾਤ ਬਿਜੇ ਕਪ ਕੀ ਪਏ, ਹਣਿਓ ਅਸੁਰ ਰਾਵਣ ਤਣਾ। ਇਹ ਪਾਤ ਬਿਜੇ ਕਪ ਕੀ ਪਈ, ਹਣਿਓ ਅਸੁਰ ਰਾਵਣ ਤਣਾ। ਇਸ ਤਰ੍ਹਾਂ ਯੁੱਧ ਵਿੱਚ ਬੰਦਰ ਅੰਗਦ ਦੀ ਜਿੱਤ ਹੋਈ ਅਤੇ ਦੈਂਤ ਰਾਵਣ ਦਾ ਪੁੱਤਰ ਮਾਰਿਆ ਗਿਆ। ਪੈਦਗ ਅਦਗ ਪਗੇ ਹਠੀ, ਗਹਿ ਗਹਿ ਕਰ ਦਾਤਨ ਤ੍ਰਿਣਾ। ਜੋਸ਼ ਵਿੱਚ ਆਏ ਅਤੇ ਉਤਸ਼ਾਹ ਤੋਂ ਹੀਣੇ ਸੂਰਮੇ ਦੰਦਾਂ ਵਿੱਚ ਘਾਹ ਫੜ ਫੜ ਕੇ ਭੱਜੇ ਜਾਂਦੇ ਹਨ। ਉਤੇ ਦੂਤ ਰਾਵਣੇ ਜਾਏ ਹੱਥ ਬੀਰ ਸੁਣਾਇਓ। ਉਧਰ ਦੂਤ ਨੇ ਜਾ ਕੇ ਰਾਵਣ ਨੂੰ ਸੂਰਮੇ ਅਕੰਪਨ ਦਾ ਮਰਨਾ ਸੁਣਾ ਦਿੱਤਾ। ਇਤ ਕਪੀਪਤ ਅਰ ਰਾਮ ਦੂਤ ਅੰਗ ਦਹਿ ਪਠਾਇਓ। ਇੱਧਰ ਸੁਗਰੀਵ ਅਤੇ ਰਾਮ ਜੀ ਨੇ ਅੰਗਦ ਨੂੰ ਦੂਤ ਬਣਾ ਕੇ ਭੇਜ ਦਿੱਤਾ।
ਕਹੀ ਕਥ ਤਿਹ ਸਥ ਗਤ ਕਰ ਤਥ ਸੁਨਾਇਓ। ਅਤੇ ਉਸ ਨੂੰ ਇਹ ਗੱਲ ਸਮਝਾ ਦਿੱਤੀ ਕਿ ਜਾ ਕੇ ਸੰਧੀ ਕਰਨ ਦਾ ਉਦਮ ਕਰਨਾ, ਪਰ ਇਹ ਸਿਧਾਂਤ ਸੁਣਾ ਦਿੱਤਾ। ਮਿਲਹੁ ਦੇਹੁ ਜਾਨ ਕੀ ਕਾਲ ਨਾ ਤਰ ਤੋਹੇ ਆਇਓ। ਮਿਲਹੁ ਦੇਹੁ ਜਾਨ ਕੀ ਕਾਲ ਨਾ ਤਰ ਤੋਹੇ ਆਇਓ, ਕਿ ਸੀਤਾ ਰਾਮ ਜੀ ਨੂੰ ਦੇ ਕੇ ਮਿਲ ਪਓ, ਨਹੀਂ ਤਾਂ ਤੇਰਾ ਕਾਲ ਆਇਆ ਸਮਝੋ। ਪਗ ਪੇਟ ਚਲਤ ਪਇਓ ਬਾਲ ਸੁਤ, ਪ੍ਰਿਸ਼ਟ ਪਾਨ ਰਘੁਬਰ ਤਰੇ। ਬਾਲੀ ਦਾ ਪੁੱਤਰ ਅੰਗਦ ਸ਼੍ਰੀ ਰਾਮ ਦੇ ਚਰਨਾਂ ਨੂੰ ਛੋਹ ਕੇ ਤੁਰਨ ਲੱਗਾ ਤਾਂ ਸ਼੍ਰੀ ਰਾਮ ਨੇ ਉਸ ਦੀ ਪਿੱਠ ਉੱਤੇ ਆਪਣਾ ਹੱਥ ਧਰਿਆ। ਪਰ ਅੰਕ ਪੁਲਕਤ ਨਾ ਸਪਜਿਓ, ਪਾਤ ਅਨਿਕ ਆਸਿਖ ਕਰੇ। ਪਰ ਅੰਕ ਪੁਲਕਤ ਨਾ ਸਪਜਿਓ, ਪਾਤ ਅਨਿਕ ਆਸਿਖ ਕਰੇ। ਅਤੇ ਜੱਫੀ ਵਿੱਚ ਲੈ ਕੇ ਅਨੇਕ ਤਰ੍ਹਾਂ ਦੀ ਅਸੀਸ ਦਿੱਤੀ, ਜਿਸ ਨਾਲ ਅੰਗਦ ਦਾ ਤਨ ਰੋਮਾਂਚਿਤ ਹੋ ਕੇ ਪਸੀਜ ਗਿਆ। ਪ੍ਰਤੀ ਉੱਤਰ ਸੰਵਾਦ। ਪ੍ਰਤੀ ਉੱਤਰ ਸੰਵਾਦ। ਛਪੇ ਛੰਦ। ਦੇਹ ਸਿਆ 10 ਕੰਧ ਛਾਏ, ਨਹੀਂ ਦੇਖਨ ਪੈ ਹੋ। ਅੰਗਦ ਨੇ ਕਿਹਾ, ਹੇ ਰਾਵਣ, ਸੀਤਾ ਰਾਮ ਨੂੰ ਦੇ ਦਿਓ, ਕਿਉਂਕਿ ਤੁਸੀਂ ਇਸ ਦੀ ਪਰਛਾਈ ਵੀ ਨਹੀਂ ਵੇਖ ਸਕੋਗੇ। ਲੰਕ ਛੀਨ ਲੀਜੀਏ, ਲੰਕ ਲਖ ਜੀਤ ਨਾ ਜੈ ਹੋ। ਰਾਵਣ ਨੇ ਕਿਹਾ, ਲੰਕਾ ਖੋਹ ਲੈਣਗੇ, ਉਹ ਲੰਕਾ ਨੂੰ ਵੇਖ ਕੇ ਇਸ ਨੂੰ ਕੋਈ ਜਿੱਤ ਨਹੀਂ ਸਕਦਾ। ਰਾਵਣ ਨੇ ਕਿਹਾ ਕਿ ਲੰਕਾ ਖੋਹ ਲੈਣਗੇ, ਓਏ ਲੰਕਾ ਨੂੰ ਵੇਖ ਕੇ ਇਸ ਨੂੰ ਕੋਈ ਜਿੱਤ ਨਹੀਂ ਸਕਦਾ। ਕ੍ਰੁੱਧ ਬਿਖੇ ਜਿਨ ਕੋਰ ਪਿਖ ਕਸ, ਯੁੱਧ ਮਚੇ ਹੈ। ਅੰਗਦ ਨੇ ਕਿਹਾ, ਕ੍ਰੋਧ ਦੀ ਵਿਸ਼ ਨਾ ਘੋਲੋ, ਵੇਖਣਾ ਕਿਸ ਤਰ੍ਹਾਂ ਯੁੱਧ ਮਚਦਾ ਹੈ। ਰਾਮ ਸਹਿਤ ਕਪ ਕਟਕ ਆਜ, ਮ੍ਰਿਗ ਸਿਆਰ ਖਵੇ ਹੈ। ਰਾਵਣ ਨੇ ਕਿਹਾ, ਰਾਮ ਸਮੇਤ ਬੰਦਰਾਂ ਦੀ ਸਾਰੀ ਸੈਨਾ ਮਿਰਗਾਂ ਅਤੇ ਗਿੱਦੜਾਂ ਦੇ ਸਮਾਨ ਹੈ। ਅੱਜ ਉਸ ਨੂੰ ਸਿੰਘ ਰੂਪ ਹੋ ਕੇ ਖਾਵਾਂਗਾ। ਜਿਨ ਕਰ ਸੋ ਗਰਭ ਸੁਣ, ਮੂੜ ਮਤ ਗਰਭ ਗਵਾਏ ਕਨੇਰ ਕਰ। ਅੰਗਦ ਨੇ ਕਿਹਾ, ਹੇ ਮੂੜ ਮਤ, ਅਹੰਕਾਰ ਨਾ ਕਰ, ਧਿਆਨ ਦੇ ਕੇ ਸੁਣ। ਅਹੰਕਾਰ ਦੇ ਬਹੁਤ ਕਰ ਗਾਲ ਦਿੱਤੇ ਹਨ। ਬਸ ਕਰੇ ਸਰਬ ਕਰ ਗਰਭ ਹਮੇ, ਕਿਨ ਮਹੇ ਤਵੈ ਦੀਨ ਨਰ। ਰਾਵਣ ਨੇ ਕਿਹਾ, ਹੇ ਗਰਭ ਦੇ ਘਰ, ਮੈਂ ਸਭ ਆਪਣੇ ਵਸ ਕੀਤੇ ਹੋਏ ਹਨ। ਇਹ 2 ਕੰਗਲੇ ਮਨੁੱਖ ਰਾਮ ਅਤੇ ਲਕਸ਼ਮਣ ਮੇਰੇ ਸਾਹਮਣੇ ਕਿਸ ਗਿਣਤੀ ਵਿੱਚ ਹਨ। ਰਾਵਣ ਬਾਚ ਅੰਗਦ ਸੋ। ਰਾਵਣ ਨੇ ਅੰਗਦ ਪ੍ਰਤੀ ਕਿਹਾ। ਛਪੇ ਛੰਦ। ਅਗਨ ਪਾਕ ਕਹਿ ਕਰੇ, ਪਵਨ ਮੁਰ ਬਾਰ ਬੁਹਾਰੇ। ਵੇਖ, ਅਗਨੀ ਦੇਵਤਾ ਮੇਰਾ ਭੋਜਨ ਪਾਕ ਤਿਆਰ ਕਰਦਾ ਹੈ ਅਤੇ ਪੌਣ ਦੇਵਤਾ ਮੇਰੇ ਦਰਵਾਜ਼ੇ ਉੱਤੇ ਝਾੜੂ ਫੇਰਦਾ ਹੈ। ਚਵਰ ਚੰਦਰਮਾ ਧਰੇ, ਸੂਰ ਛਤਰਹਿ ਸਿਰ ਢਾਰੇ। ਚੰਦਰਮਾ ਨੇ ਹੱਥ ਵਿੱਚ ਚੋਰ ਧਾਰਨ ਕੀਤਾ ਹੋਇਆ ਹੈ ਅਤੇ ਸੂਰਜ ਮੇਰੇ ਸਿਰ 'ਤੇ ਛਤਰ ਚਲਾਉਂਦਾ ਹੈ। ਮਦ ਲక్ష్ਮੀ ਪਿਆਵੰਤ ਬੇਦ, ਮੁਖ ਬ੍ਰਹਮ ਉਚਾਰਤ। ਲక్ష్ਮੀ ਮੈਨੂੰ ਸ਼ਰਾਬ ਪਿਲਾਉਂਦੀ ਹੈ ਅਤੇ ਬ੍ਰਹਮਾ ਮੇਰੇ ਲਈ ਵੇਦ ਪਾਠ ਕਰਦਾ ਹੈ। ਬਰਨ ਬਾਰ ਨਿਤ ਪਰੇ, ਔਰ ਕੁਲਦੇਵ ਜੁਹਾਰਤ। ਵਰਣ ਦੇਵਤਾ ਮੇਰੇ ਘਰ ਨਿਤ ਪਾਣੀ ਭਰਦਾ ਹੈ ਅਤੇ
ਹੋਰ ਸਾਰੇ ਦੇਵਤੇ ਮੈਨੂੰ ਨਮਸਕਾਰ ਕਰਦੇ ਹਨ। ਨਿਜ ਕਹਿਤ ਸੁ ਬਲ ਦਾਨਵ, ਪ੍ਰਬਲ ਦੇਤ ਤਨੁਦ ਜਚ ਮੋਹੇ ਕਰ। ਨਿਜ ਕਹਿਤ ਸੁ ਬਲ ਦਾਨਵ, ਪ੍ਰਬਲ ਦੇਤ ਤਨੁਦ ਜਚ ਮੋਹ ਕਰ। ਵੱਡੇ ਵੱਡੇ ਬਲਵਾਨ ਦੈਂਤ ਮੈਨੂੰ ਆਪਣਾ ਕਹਿੰਦੇ ਹਨ ਅਤੇ ਉਸ ਬਲ ਕਰਕੇ ਹੀ ਕੁਬੇਰ ਤੇ ਜਚ ਮੈਨੂੰ ਕਰ ਦਿੰਦੇ ਹਨ। ਵੇ ਜੁਦ ਜੀਤ ਤੇ ਜਾਹੀ ਕੇ ਕਹਾਂ, ਦੋਏ ਤੇ ਦੀਨ ਕਰ। ਕਿ ਉਹ ਦੋ ਦੀਨੇ ਮਨੁੱਖ ਅਜਿਹੇ ਰਾਵਣ ਨੂੰ ਯੁੱਧ ਵਿੱਚ ਜਿੱਤ ਜਾਣਗੇ? ਕਹਿ ਹਾਰਿਓ ਕਪ ਕੋਟ ਦਏਤ, ਪਤ ਏਕ ਨਾ ਮਾਨੀ। ਕਪੀ ਅੰਗਦ ਕਰੋੜਾਂ ਗੱਲਾਂ ਕਹਿ ਕੇ ਥੱਕ ਗਿਆ, ਪਰ ਰਾਵਣ ਨੇ ਉਸਦੀ ਇੱਕ ਗੱਲ ਵੀ ਨਾ ਮੰਨੀ। ਉਠਤ ਪਾਵ ਰੁਪਿਓ ਸਭਾ, ਮਦ ਸੋ ਅਭਿਮਾਨੀ। ਅੰਤ ਵਿੱਚ ਉਹ ਅਭਿਮਾਨੀ ਅੰਗਦ ਨੇ ਰਾਵਣ ਦੀ ਸਭਾ ਵਿੱਚ ਆਪਣਾ ਪੈਰ ਗੱਡ ਦਿੱਤਾ ਅਤੇ ਕਿਹਾ, ਜੇ ਤੇਰਾ ਕੋਈ ਸੂਰਮਾ ਮੇਰਾ ਪੈਰ ਉਖਾੜ ਕੇ ਪੁੱਟ ਸਕਿਆ ਤਾਂ ਤੂੰ ਸ਼੍ਰੀ ਰਾਮ ਨੂੰ ਜਿੱਤ ਲਵੇਂਗਾ, ਨਹੀਂ ਤਾਂ ਕਦੇ ਵੀ ਨਹੀਂ ਜਿੱਤ ਸਕੇਗਾ। ਰਾਵਣ ਨੇ ਆਪਣੇ ਸੂਰਮਿਆਂ ਨੂੰ ਪੈਰ ਪੁੱਟਣ ਦਾ ਆਦੇਸ਼ ਦਿੱਤਾ। ਥਕੇ ਸਕਲ ਅਸੁਰਾਰ ਪਾਵ, ਕਿਨ ਹੋ ਨਾ ਉਚਕਿਓ। ਸਾਰੇ ਦੈਂਤ ਜ਼ੋਰ ਲਗਾ ਕੇ ਥੱਕੇ, ਪਰ ਅੰਗਦ ਦਾ ਪੈਰ ਕਿਸੇ ਕੋਲੋਂ ਨਾ ਉਖੜਿਆ। ਗਿਰੇ ਧਰਨ ਮੁਰਛਾਏ ਬਿਮਨ, ਦਾਨਵ ਦਲ ਥਕਿਓ। ਦੈਂਤਾਂ ਦੇ ਦਲ ਥੱਕ ਕੇ ਅਣਮੰਨੇ ਮਨ ਨਾਲ ਬੇਹੋਸ਼ ਹੋ ਕੇ ਧਰਤੀ ਉੱਤੇ ਡਿੱਗ ਪਏ। ਲੈ ਚਲਿਓ ਬਬੀਛਨ ਪ੍ਰਾਤ, ਤਹਿ ਬਾਲ ਪੁੱਤਰ ਤੂੰ ਸਰ ਬਰਨ। ਤੋਏ ਜਿਹੇ ਰੰਗ ਵਾਲਾ ਬਾਲੀ ਦਾ ਪੁੱਤਰ ਅੰਗਦ ਰਾਵਣ ਦੇ ਭਰਾ ਵਿਭੀਸ਼ਣ ਨੂੰ ਉੱਥੋਂ ਨਾਲ ਲੈ ਚੱਲਿਆ। ਪਟ ਹਟਕ ਬਿਕਟ ਤਹਿ ਨਾ ਸਕੇ, ਚਲ ਆਇਓ ਜਿਤ ਰਾਮ ਰਨ। ਉਸਨੂੰ ਰਾਵਣ ਦੇ ਕਠੋਰ ਸੂਰਮੇ ਵੀ ਰੋਕ ਨਾ ਸਕੇ। ਉਹ ਉੱਥੇ ਚਲਾ ਆਇਆ ਜਿੱਥੇ ਸ਼੍ਰੀ ਰਾਮ ਜੀ ਰਣ ਸਥਾਨ ਵਿੱਚ ਸ਼ੋਭਦੇ ਸਨ। ਕਹਿ ਬੁਲਿਓ ਲੰਕੇਸ ਤਾਹੇ, ਪ੍ਰਭ ਰਾਜੀਵ ਲੋਚਨ। ਕਮਲ ਵਰਗੇ ਨੇਤਰਾਂ ਵਾਲੇ ਸ਼੍ਰੀ ਰਾਮ ਨੇ ਉਸ ਵਿਭੀਸ਼ਣ ਨੂੰ ਲੰਕੇਸ਼ ਕਹਿ ਕੇ ਬੁਲਾਇਆ। ਕੁਟਲ ਅਲਕ ਮੁਖ ਛਕੇ ਸਕਲ, ਸੰਤਨ ਦੁਖ ਮੋਚਨ। ਸ਼੍ਰੀ ਰਾਮ ਦੇ ਮੁਖ ਉੱਤੇ ਟੇਡੀਆਂ ਜ਼ੁਲਫਾਂ ਫੱਬ ਰਹੀਆਂ ਹਨ ਅਤੇ ਉਹ ਸੰਤਾਂ ਦੇ ਦੁੱਖ ਨੂੰ ਨਸ਼ਟ ਕਰਨ ਵਾਲੇ ਹਨ। ਕੁਪੇ ਸਰਬ ਕਪਿਰਾਜ, ਬਿਜੇ ਪਹਿਲੀ ਰਣ ਚੱਖੀ। ਕੁਪੇ ਸਰਬ ਕਪਿਰਾਜ, ਬਿਜੇ ਪਹਿਲੀ ਰਣ ਚੱਖੀ। ਸੁਗਰੀਵ ਆਦਿ ਸਾਰੇ ਬੰਦਰ ਸੈਨਿਕ ਕ੍ਰੋਧਵਾਨ ਹਨ, ਕਿਉਂਕਿ ਉਹਨਾਂ ਨੇ ਯੁੱਧ ਵਿੱਚ ਪਹਿਲੀ ਜਿੱਤ ਪ੍ਰਾਪਤ ਕੀਤੀ ਹੈ। ਫਿਰੇ ਲੰਕ ਗੜ ਘੇਰ ਦਸਾ, ਦੱਛਣੀ ਪਰਖੀ। ਫਿਰ ਲੰਕਾ ਦੇ ਕਿਲੇ ਨੂੰ ਘੇਰ ਲਿਆ ਅਤੇ ਦੱਖਣੀ ਦਿਸ਼ਾ ਨੂੰ ਪਰਖਿਆ। ਪ੍ਰਭੂ ਘਰੇ ਬਪੀਛਨ, ਲੰਕਪਤੀ ਸੁਣੀ ਬਾਤ ਰਾਵਣ ਕਰਨ। ਪ੍ਰਭੂ ਘਰੇ ਬਪੀਛਨ, ਲੰਕਪਤੀ ਸੁਣੀ ਬਾਤ ਰਾਵਣ ਕਰਨੇ। ਰਾਵਣ ਦੀ ਘਰ ਵਾਲੀ ਮੰਦੋਦਰੀ ਨੇ ਇਹ ਗੱਲ ਸੁਣ ਲਈ ਕਿ ਸ਼੍ਰੀ ਰਾਮ ਨੇ ਵਿਭੀਸ਼ਣ ਨੂੰ ਲੰਕਾ ਦਾ ਸੁਆਮੀ ਲੰਕੇਸ਼ ਕਰ ਦਿੱਤਾ ਹੈ। ਸੁਧ ਸਤ ਤਬ ਬਿਸਰਤ ਪਈ, ਗਿਰੀ ਤਰਨ ਪਰ ਹੋਏ ਪਿਮਣ।
ਉਸੇ ਵੇਲੇ ਉਸ ਨੂੰ ਸੱਤੇ ਸੁੱਧਾਂ ਭੁੱਲ ਗਈਆਂ ਅਤੇ ਉਦਾਸ ਹੋ ਕੇ ਧਰਤੀ ਉੱਤੇ ਡਿੱਗ ਪਈ। ਮੰਦੋਦਰੀ ਬਾਜ। ਮੰਦੋਦਰੀ ਨੇ ਕਿਹਾ, ਉੱਟ ਡਣ ਛੰਦ। ਸੁਰਬੀਰਾ ਸਜੇ ਕੋਰ ਬਾਜੇ ਬਜੇ, ਬਾਜ ਕੰਤਾ ਸੁਣੇ ਰਾਮ ਆਏ। ਸੂਰਬੀਰ ਅਸਤਰਾਂ ਸ਼ਸਤਰਾਂ ਨਾਲ ਸਜੇ ਹੋਏ ਹਨ, ਭਿਆਨਕ ਵਾਜੇ ਵੱਜ ਰਹੇ ਹਨ। ਹੇ ਪਤੀ ਦੇਵ, ਭੱਜ ਜਾਓ, ਸੁਣਿਆ ਹੈ ਕਿ ਰਾਮ ਆ ਗਏ ਹਨ। ਬਾਲ ਮਾਰਿਓ ਬਲੀ ਸਿੰਧ ਪਾਟਿਓ, ਜਿਨੇ ਤਾਹੇ ਸੋ ਬੈਰ ਕੈਸੇ ਰਚਾਏ। ਜਿਸਨੇ ਬਲੀ ਬਾਲੀ ਨੂੰ ਮਾਰਿਆ ਹੈ ਅਤੇ ਸਮੁੰਦਰ ਉੱਤੇ ਪੁਲ ਬੰਨ ਦਿੱਤਾ ਹੈ, ਉਸ ਨਾਲ ਤੁਸੀਂ ਕਿਸ ਕਰਕੇ ਵੈਰ ਰਚਾ ਲਿਆ ਹੈ। ਬਿਆਦ ਜਿਤਿਓ ਜਿਨੇ, ਜੰਭ ਮਾਰਿਓ ਉਨੇ, ਰਾਮ ਅਵਤਾਰ ਸੋਈ ਸੁਹਾਏ। ਜਿਸ ਨੇ ਬਿਰਾਦ ਨੂੰ ਜਿੱਤਿਆ ਹੈ, ਉਸੇ ਨੇ ਜੰਬਾਸੁਰ ਨੂੰ ਮਾਰਿਆ ਹੈ। ਉਹੀ ਸ਼ੋਭਾਸ਼ਾਲੀ ਸ਼੍ਰੀ ਰਾਮ ਅਵਤਾਰ ਹਨ। ਦੇ ਮਿਲੋ ਜਾਨ ਕੀ ਬਾਤ ਹੈ ਸਿਆਨ ਕੀ, ਚਾਮ ਕੇ ਦਾਮ ਕਾਹੇ ਚਲਾਏ। ਇਸ ਲਈ ਸੀਤਾ ਦੇ ਕੇ ਮਿਲ ਜਾਓ, ਇਹੀ ਗੱਲ ਸਿਆਣਪ ਦੀ ਹੈ। ਤੁਸੀਂ ਚੰਮ ਦੇ ਦਮ ਕਿਸ ਲਈ ਚਲਾਏ ਹਨ। ਰਾਵਣ ਬਾਜ। ਰਾਵਣ ਨੇ ਕਿਹਾ, ਬਹਿਓ ਸੈਨਾ ਸਜੋ ਕੋਰ ਬਾਜੇ ਬਜੋ, ਕੋਟ ਜੋਧਾ ਗਜੋ ਆਨ ਨੇਰੇ। ਮੈਂ ਸੈਨਾ ਦਾ ਵਿਊ ਸਜਾਵਾਂਗਾ, ਭਿਆਨਕ ਵਾਜੇ ਵੱਜਣਗੇ, ਕਰੋੜਾਂ ਯੋਧੇ ਮੇਰੇ ਨੇੜੇ ਆ ਕੇ ਗੱਜਣਗੇ। ਸਾਜ ਸੰਜਿਓ ਸੰਭੂ ਸੈਨਾ ਸਭੇ, ਆਜ ਮਾਰੋ ਤਰੇ ਦ੍ਰਿਸ਼ਟ ਤੇਰੇ। ਸਾਰੀ ਸੈਨਾ ਨੂੰ ਕਵਚ ਅਤੇ ਹੋਰ ਸ਼ਸਤਰ ਨਾਲ ਸਜਾ ਕੇ ਤੇਰੀ ਨਜ਼ਰ ਹੇਠਾਂ ਮੈਂ ਅੱਜ ਹੀ ਉਸ ਦੀ ਸਾਰੀ ਸੈਨਾ ਨੂੰ ਮਾਰ ਦਿਆਂਗਾ। ਇੰਦਰ ਜੀਤੋ ਕਰੋ ਛਜਰੀਤੋ ਤਨਨ, ਨਾਰ ਸੀਤਾ ਬਰਨ ਜੀਤ ਜੁਦੇ। ਵੇਖੀ ਜਿਵੇਂ ਇੰਦਰ ਨੂੰ ਜਿੱਤਿਆ ਹੋਇਆ ਹੈ, ਜੱਛਾਂ ਨੂੰ ਤਨ ਤੋਂ ਖਾਲੀ ਕੀਤਾ ਹੋਇਆ ਹੈ, ਤਿਵੇਂ ਹੀ ਯੁੱਧ ਵਿੱਚ ਜਿੱਤ ਕੇ ਸੀਤਾ ਨੂੰ ਵਿਆਹ ਲਵਾਂਗਾ। ਸੁਰਗ ਪਾਤਾਲ ਆਕਾਸ ਜੁਆਲਾ ਜਰੇ, ਬਾਚ ਹੈ ਰਾਮ ਕਾ ਮੋਰ ਕ੍ਰੋਧ ਹੈ। ਮੇਰੀ ਕ੍ਰੋਧ ਦੀ ਅੱਗ ਨਾਲ ਸਵਰਗ ਪਾਤਾਲ ਅਤੇ ਆਕਾਸ਼ ਸੜਨਗੇ, ਤਾਂ ਕਿ ਉਸ ਤੋਂ ਰਾਮ ਬਚ ਜਾਏਗਾ। ਮੰਦੋਦਰੀ ਬਾਜ। ਮੰਦੋਦਰੀ ਨੇ ਕਿਹਾ, ਤਾਰਕਾ ਜਾਤ ਹੀ ਕਾਤ ਕੀਨੀ ਜਿਨੇ, ਔਰ ਸੁਭਾ ਮਾਰੀਚ ਮਾਰੇ। ਜਿਨ੍ਹਾਂ ਨੇ ਜਾਂਦਿਆਂ ਹੀ ਤਾੜਕਾ ਨੂੰ ਮਾਰਿਆ ਅਤੇ ਸੁਬਾਹੋ ਦੇ ਮਾਰੀਚ ਵੀ ਮਾਰ ਦਿੱਤੇ। ਬਿਆਦ ਬਧਿਓ ਖਰੰਦੂਖਣਨ, ਖੇਤ ਥੈ ਏਕ ਹੀ ਬਾਣ ਸੋ ਬਾਲ ਮਾਰੇ। ਬਿਆਦ ਬਧਿਓ ਖਰੰਦੂਖਣਨ, ਖੇਤ ਥੈ ਏਕ ਹੀ ਬਾਣ ਸੋ ਬਾਲ ਮਾਰੇ। ਜਿਨ੍ਹਾਂ ਨੇ ਬਿਰਾਦ ਨੂੰ ਮਾਰਿਆ, ਖਰ ਤੇ ਦੂਖਣ ਖੇਤ ਰੱਖਿਆ ਅਤੇ ਇੱਕੋ ਹੀ ਤੀਰ ਨਾਲ ਬਾਲੀ ਨੂੰ ਮਾਰ ਦਿੱਤਾ। ਤੁਮਰ ਅਛਾਦ ਔ ਜਾਬੂ ਮਾਲੀ, ਬਲੀ ਪ੍ਰਾਣ ਹੀਣਨ ਕਰਿਓ ਜੁਧ ਜੈਕੇ। ਤੁਮਰ ਅਛਾਦ ਔ ਜਾਬੂ ਮਾਲੀ, ਬਲੀ ਪ੍ਰਾਣ ਹੀਣਨ ਕਰਿਓ ਜੁਧ ਜੈਕੇ। ਤੁਮਰ ਅਛ
ਜਾਬਮਾਲੀ ਅਤੇ ਬਲੀ ਅਕੰਪਨ ਨੂੰ ਯੁੱਧ ਕਰਕੇ ਪੁਰਾਣਾ ਤੋਂ ਹੀਣ ਕਰ ਦਿੱਤਾ। ਮਾਰਿਹੇ ਤੋਹੇ ਯੋਂ ਸਿਆਰ ਕੇ ਸਿੰਘ ਜਿਉਂ, ਲੇਹੀ ਕੇ ਲੰਕ ਕੋ ਡੰਕ ਦੇ ਕੇ। ਸ਼ੇਰ ਦੇ ਗਿੱਦੜ ਨੂੰ ਮਾਰਨ ਵਾਂਗ ਉਹੀ ਸ਼੍ਰੀ ਰਾਮ ਜੀ ਤੁਹਾਨੂੰ ਮਾਰਨਗੇ ਅਤੇ ਧੌਂਸਾ ਵਜਾ ਕੇ ਲੰਕਾ ਨੂੰ ਜਿੱਤ ਲੈਣਗੇ। ਰਾਵਣਬਾਜ। ਰਾਵਣ ਨੇ ਕਿਹਾ, ਚੌਰ ਚੰਦਰਨ ਕਰਨ ਛਤ ਸੁਰਨ, ਤਰਨ ਬੇਦ ਬ੍ਰਹਮਾ ਰਰਨ ਦੁਆਰ ਮੇਰੇ। ਮੇਰੇ ਸਿਰ 'ਤੇ ਚੰਦਰਮਾ ਚੌਰ ਕਰਦਾ ਹੈ, ਸੂਰਜ ਛਤਰ ਧਰਦਾ ਹੈ ਅਤੇ ਮੇਰੇ ਦੁਆਰ 'ਤੇ ਬ੍ਰਹਮਾ ਵੇਦ ਪੜ੍ਹਦਾ ਹੈ। ਪਾਕ ਪਾਵਕ ਕਰਨ ਨੀਰ ਬਰਣਨ ਪਰਨ, ਜਚ ਵਿਦਿਆਰਥਰਨ ਕੀਨ ਚੇਰੇ। ਅਗਨੀ ਦੇਵਤਾ ਰਸੋਈ ਤਿਆਰ ਕਰਦਾ ਹੈ, ਵਰੁਣ ਦੇਵਤਾ ਪਾਣੀ ਭਰਦਾ ਹੈ ਅਤੇ ਜਚ ਤੇ ਵਿਦਿਆਰਥਰ ਮੈਂ ਆਪਣੇ ਸੇਵਕ ਬਣਾਏ ਹੋਏ ਹਨ। ਪਾਕ ਪਾਵਕ ਕਰਨ ਨੀਰ ਬਰਣਨ ਪਰਨ, ਜਚ ਵਿਦਿਆਤਰਨ ਕੀਨ ਚੇਰੇ। ਅਗਨੀ ਦੇਵਤਾ ਰਸੋਈ ਤਿਆਰ ਕਰਦਾ ਹੈ, ਵਰੁਣ ਦੇਵਤਾ ਪਾਣੀ ਭਰਦਾ ਹੈ ਅਤੇ ਜਚ ਤੇ ਵਿਦਿਆਧਰ ਮੈਂ ਆਪਣੇ ਸੇਵਕ ਬਣਾਏ ਹੋਏ ਹਨ। ਅਰਬ ਖਰਬਨ ਪੁਰਨ ਚਰਬ ਸਰਬਨ ਕਰੇ, ਦੇਖ ਕੈਸੇ ਕਰੋਂ ਬੀਰ ਖੇਤਨ। ਅਰਬਾਂ ਖਰਬਾਂ ਸ਼ਹਿਰਾਂ ਦੇ ਸਾਰਿਆਂ ਲੋਕਾਂ ਨੂੰ ਮੈਂ ਚੱਬ ਛੱਡਿਆ ਹੈ। ਹੁਣ ਤੂੰ ਵੇਖੇਂਗੀ ਜੇ ਮੈਂ ਯੁੱਧ ਭੂਮੀ ਵਿੱਚ ਕਿਹੋ ਜਿਹੀ ਵੀਰਤਾ ਵਿਖਾਉਂਦਾ ਹਾਂ। ਚਿੰਕ ਹੈ ਚਾਵੜਾ ਫਿੰਕ ਹੈ ਫਿੱਕਰੀ, ਨਾਚ ਹੈ ਬੀਰ ਬੈਤਾਲ ਪ੍ਰੇਤਨ। ਇੱਲਾਂ ਚੀਕਾਂ ਮਾਰਨਗੀਆਂ, ਗਿੱਦੜੀਆਂ ਰਣਭੂਮੀ ਵਿੱਚ ਫਿਰਨਗੀਆਂ ਅਤੇ ਭੂਤ ਪ੍ਰੇਤ ਤੇ ਬੈਤਾਲ ਨੱਚਣਗੇ। ਮੰਦੋਦਰੀ ਬਾਜ। ਮੰਦੋਦਰੀ ਨੇ ਕਿਹਾ, ਤਾਸ ਨੇਜੇ ਡੁਲੇ ਕੋਰ ਬਾਜੇ ਬਜੇ, ਰਾਮ ਲੀਨੇ ਦਲੇ ਆਨ ਟੂਕੇ। ਉੱਧਰ ਨੇਜ਼ੇ ਝੂਲਦੇ ਹਨ, ਭਿਆਨਕ ਵਾਜੇ ਵੱਜਦੇ ਹਨ, ਕਿਉਂਕਿ ਰਾਮ ਦਲ ਨੂੰ ਲੈ ਕੇ ਲੰਕਾ ਦੇ ਨੇੜੇ ਆਣ ਢੁਕੇ ਹਨ। ਬਾਨਰੀ ਪੂਤ ਚਿੰਕਾਰ ਅਪਾਰਨ, ਕਰਨ ਮਾਰ ਮਾਰਨ ਚਹੂੰ ਔਰ ਕੂਕੇ। ਬੰਦਰਾਂ ਦੇ ਅਪਾਰਾਂ ਹੀ ਪੁੱਤਰ ਚੀਕਾਂ ਮਾਰਦੇ ਹਨ, ਚੌਹਾਂ ਪਾਸੇ ਮਾਰੋ ਮਾਰੋ ਦੀਆਂ ਕੂਕਾਂ ਪੈ ਰਹੀਆਂ ਹਨ। ਭੀਮ ਪੇਰੀ ਬਜੇ ਜੰਗ ਜੋ ਭੀਮ ਪੇਰੀ ਬਜੇ ਜੰਗ ਜੋਦਾ ਗਜੇ, ਬਾਨ ਚਾਪੇ ਚਲੇ ਨਾਹੇ ਜਉ ਲਉ। ਜਦ ਤੱਕ ਵੱਡੀਆਂ ਭੇਰੀਆਂ ਨਹੀਂ ਵੱਜਦੀਆਂ, ਜੰਗ ਲਈ ਯੋਧੇ ਨਹੀਂ ਲਲਕਾਰਦੇ ਅਤੇ ਧਨੁਸ਼ਾਂ ਵਿੱਚੋਂ ਤੀਰ ਨਹੀਂ ਚੱਲਦੇ। ਬਾਤ ਕੋ ਮਾਨੀਏ ਕਾਤ ਪਹਿਚਾਨੀਏ, ਰਾਵਰੀ ਦੇਹ ਕੇ ਸਾਤ ਤਉ ਲਓ। ਤਦ ਤੱਕ ਹੀ ਤੁਹਾਡੀ ਦੇਹ ਸੁਖੀ ਹੈ, ਇਸ ਲਈ ਮੇਰੀ ਗੱਲ ਮੰਨੋ ਅਤੇ ਮੌਕੇ ਨੂੰ ਪਹਿਚਾਨੋ। ਕਾਟ ਕਾਟੇ ਰੁਕੋਂ ਕਾਟ ਕਾਟੇ ਰੁਕੋਂ, ਬਾਟ ਬਾਟੇ ਤੁਪੋਂ, ਐਂਠ ਬੈਠੇ ਕਹਾਂ ਰਾਮ ਆਏ। ਸਾਰੀਆਂ ਘਾਟਾਂ ਰੁਕ ਗਈਆਂ ਹਨ, ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਘਰ ਵਿੱਚ ਕੀ ਆਕੜ ਕੇ ਬੈਠੇ ਹੋ, ਰਾਮ ਆ ਗਏ ਹਨ। ਖੋਰ ਹਰਾਮ ਹਰੀਫ ਕੀ, ਆਂਖ ਤੇ ਚਾਮ ਕੇ ਜਾਤ ਕੈਸੇ ਚਲਾਏ। ਹੇ ਹਰਾਮਖੋਰ, ਵੈਰੀ ਹਰੀਫ ਦੀ ਅੱਖ ਹੇਠਾਂ ਚੰਮ ਦੇ ਸਿੱਕੇ ਕਿਸ ਤਰ੍ਹਾਂ ਚਲਾਏ ਜਾ ਸਕਦੇ ਹਨ। ਹੋਈ ਕੋ ਖੁਆਰ ਬਿਸਿਆਰ ਖਾਨਾ ਤੁਰਾਂ, ਬਾਨਰੀ ਪੂਤ ਜਉ ਲੋ
ਨਾ ਗਜ ਹੈ। ਤੇਰਾ ਕਰ ਬਹੁਤ ਬਿਸਿਆਰ ਖੁਆਰ ਹੋਵੇਗਾ ਜਦੋਂ ਤੱਕ ਬੰਦਰਾਂ ਦੇ ਬੱਚਿਆਂ ਨੇ ਰੌਲਾ ਨਹੀਂ ਪਾਇਆ। ਲੰਕ ਕੋ ਛਾੜ ਕੇ ਕੋਟ ਕੇ ਫਾਦ ਕੇ ਆਸੁਰੀ ਪੂਤ ਲੈ ਕਾਸ ਭਜ ਹੈ। ਲੰਕਾ ਨੂੰ ਛੱਡ ਕੇ, ਕਿਲੇ ਨੂੰ ਟੱਪ ਕੇ ਇਹ ਸਾਰੇ ਰਾਖਸ ਮੂੰਹ ਵਿੱਚ ਘਾਹ ਲੈ ਕੇ ਭੱਜ ਜਾਣਗੇ। ਰਾਵਣ ਬਾਜ। ਬਾਵਰੀ ਰਾਡ ਕੀਆ ਪਾੜ ਬਾਤੇ ਬਕੇ ਰੰਕ ਸੇ ਰਾਮ ਕਾ ਛੋੜ ਰਾਜ਼ਾ। ਹੇ ਬਾਵਲੀ ਔਰਤ, ਕੀ ਭੰਡਾਂ ਵਾਂਗੂ ਗੱਲਾਂ ਕਰਦੀ ਹੈ। ਕੰਗਲੇ ਜਿਹੇ ਰਾਮ ਦੀ ਕਥਾ ਛੱਡ ਦੇ। ਕਾਢਿਓ ਬਾਸ ਦੈ ਬਾਨ ਬਾਜੀਗਰੀ ਦੇਖਿਓ ਆਜ ਤਾਂ ਕੋ ਤਮਾਸਾ। ਇੰਦਰਜਾਲ ਦੀ ਜੋ ਖੇਡ ਬਣਾ ਕੇ ਆਇਆ ਹੈ, ਮੈਂ ਇਸ ਭੂਤ ਨੂੰ ਧੂਪ ਦੇ ਕੇ ਕੱਢਾਂਗਾ ਅਤੇ ਅੱਜ ਉਸ ਦਾ ਤਮਾਸ਼ਾ ਵੇਖਾਂਗਾ। बीस बाहे तरन सीस दसियन सिरन सैन संभू है संग मेरे। 20 ਬਾਹਵਾਂ ਰੱਖਦਾ ਹਾਂ, 10 ਮੇਰੇ ਸਿਰ ਹਨ ਅਤੇ ਸਾਰੀ ਸੈਨਾ ਮੇਰੇ ਨਾਲ ਹੈ। ਪਾਜ ਜੈ ਹੈ ਕਹਾਂ ਬਾਟ ਪੈ ਹੈ ਉਹਾਂ ਮਾਰਿਓ ਬਾਜ ਜੈਸੇ ਬਟੇਰੇ। ਕਿੱਥੇ ਭੱਜ ਕੇ ਜਾਣਗੇ, ਰਸਤਾ ਕਿੱਥੋਂ ਲੱਭਣਗੇ, ਉਹਨਾਂ ਨੂੰ ਇਉਂ ਮਾਰਾਂਗਾ ਜਿਵੇਂ ਬਾਜ ਬਟੇਰੇ ਨੂੰ ਮਾਰਦਾ ਹੈ। एक एकन हिरे चूम चूमन मरे आप आपन गिरे ਹਾਕ ਮਾਰੇ। ਮੇਰੀ ਇੱਕ ਹਾਕ ਮਾਰਨ 'ਤੇ ਹੀ ਇੱਕ ਨੂੰ ਇੱਕ ਵੇਖੇਗਾ। ਕੁਮੇਰੀਆਂ ਖਾ ਖਾ ਕੇ ਮਰਨਗੇ ਅਤੇ ਆਪਣੇ ਆਪ ਡਿੱਗਣਗੇ। ਲਾਗ ਜੈਹੂ ਤਹਾਂ ਪਾਜ ਜੈ ਹੈ ਜਹਾਂ ਫੂਲ ਜੈ ਹੈ ਕਹਾਂ ਤੈ ਉਬਾਰੇ। ਜਿੱਥੇ ਭੱਜ ਕੇ ਜਾਣਗੇ ਉੱਥੇ ਹੀ ਮੈਂ ਉਹਨਾਂ ਦੇ ਪਿੱਛੇ ਜਾਵਾਂਗਾ। ਫੁੱਲ ਵਰਗੇ ਮੇਰੇ ਪਾਸੋਂ ਕਿਸ ਤਰ੍ਹਾਂ ਆਪਣੇ ਬਚਾਓ ਕਰ ਲੈਣਗੇ। ਸਾਜ ਬਾਜੇ ਸਬੇ ਆਜ ਲੈਹੂ ਤਿਨੇ ਰਾਜ ਕੈਸੋਂ ਕਰੇ ਕਾਜ ਮੌਸੋਂ। ਅੱਜ ਸਾਰੇ ਸਾਜ ਸਜਾ ਕੇ ਅਤੇ ਵਾਜੇ ਵਜਾ ਕੇ ਮੈਂ ਉਹਨਾਂ ਨੂੰ ਚਿੱਤ ਕਰਾਂਗਾ। ਮੇਰੇ ਕਾਰਜਾਂ ਨੂੰ ਨਿਭਾਏ ਬਿਨਾਂ ਕੋਈ ਕਿਵੇਂ ਰਾਜ ਕਰੇਗਾ। ਬਾਨਰਨ ਛੈ ਕਰੋ ਰਾਮ ਲੱਛੇ ਹਰੋ ਜੀਤ ਹੋਂ ਹੋੜ ਤਉ ਤਾਨ ਤੋਂ ਸੋ। ਬੰਦਰਾਂ ਨੂੰ ਨਸ਼ਟ ਕਰਾਂਗਾ, ਰਾਮ ਤੇ ਲਛਮਣ ਨੂੰ ਮਾਰ ਸੁਟਾਂਗਾ, ਤਦ ਤੇਰੇ ਕੋਲੋਂ ਹੋੜ ਸ਼ਰਤ ਜਿੱਤਾਂਗਾ। ਕੋਟ ਬਾਤੇ ਗੁਨੀ ਏਕ ਕੈ ਨਾ ਸੁਨੀ ਕੋਪ ਮੁੰਡੀ ਤੁਨੀ ਪੁੱਤ ਬੈਠੇ। ਮੰਦੋਦਰੀ ਨੇ ਕਰੋੜਾਂ ਗੱਲ ਚਿਤਵੀਆਂ, ਪਰ ਰਾਵਣ ਨੇ ਇੱਕ ਵੀ ਨਾ ਸੁਣੀ, ਸਗੋਂ ਕ੍ਰੋਧ ਨਾਲ ਸਿਰ ਫੇਰਿਆ ਅਤੇ ਪੁੱਤਰਾਂ ਨੂੰ ਯੁੱਧ ਲਈ ਭੇਜ ਦਿੱਤਾ। ਏਕ ਨਾਰਾਤ ਦੇਵਾਤ ਦੂਜੋ ਬਲੀ ਭੂਮ ਕੰਪੀ ਰਣਬੀਰ ਉਠੈ। ਇੱਕ ਬਲਵਾਨ ਨਰਾਤ ਅਤੇ ਦੂਜਾ ਦੇਵਾਤ ਸੀ। ਜਦੋਂ ਸੂਰਮੇ ਰਣ ਲਈ ਉੱਠੇ, ਉਸ ਵੇਲੇ ਧਰਤੀ ਕੰਬ ਗਈ। ਸਾਰ ਪਾਰਨ ਪਰੇ ਤਾਰ ਤਾਰਨ ਬਜੀ ਕਰੋਰਹ ਕੈ ਲੋਹ ਕੀ ਛਿਟ ਛੁੱਟੇ। ਪਾਰੇ ਖੜਗ ਇੱਕ ਦੂਜੇ ਉੱਤੇ ਪੈਣ ਲੱਗੇ, ਤਾਰ ਨਾਲ ਤਾਰ ਵੱਜਣ ਲੱਗੀ। ਕ੍ਰੋਧ ਕਰਕੇ ਲਹੂ ਦੀਆਂ ਛਿੱਟਾਂ ਬਾਹਰ ਵੱਲ ਉੱਡਣ ਲੱਗੀਆਂ। ਰੁੰਡ ਤੁਕ ਤੁਕ ਪਰੇ ਕਾਇ ਪੱਕ ਪੱਕ ਕਰੇ ਬਿਥਰੀ ਜੁੱਤ ਸੋਂ ਲੁੱਥ ਲੁੱਟੈ। ਉੱਥੇ
ਧੜ ਤੁਕ ਤੁਕ ਕਰਦੇ ਡਿੱਗਦੇ ਹਨ। ਜ਼ਖਮਾਂ ਵਿੱਚੋਂ ਲਹੂ ਪੱਕ ਪੱਕ ਕਰਦਾ ਹੈ। ਯੋਧਿਆਂ ਦੀਆਂ ਲੋਥਾਂ ਰਣਭੂਮੀ ਵਿੱਚ ਖਿੰਡੀਆਂ ਅਤੇ ਡੋਰ ਹੋਈਆਂ ਪਈਆਂ ਹਨ। ਪੱਤਰ ਜੁਗਣ ਪਰੇ ਸਦ ਦੇਵੀ ਕਰੇ, ਨਦ ਪੈਰੋਂ ਰਰੇ ਗੀਤ ਗਾਵੇ। ਖੂਨ ਨਾਲ ਜੋਗਣਾ ਖੱਪਰ ਭਰਦੀਆਂ ਹਨ। ਦੁਰਗਾ ਸਦ ਕਰਦੀ ਹੈ। ਭੈਰੋ ਸਿੰਘ ਨਾਲ ਨਾਦ ਕਰਦਾ ਹੈ। ਭੈਰੋ ਸਿੰਘ ਨਾਦ ਕਰਦਾ ਹੈ। ਪਿਸ਼ਾਚਨੀਆਂ ਗੀਤ ਗਾਉਂਦੀਆਂ ਹਨ। ਭੂਤ ਔ ਪ੍ਰੇਤ ਬੈਤਾਲ ਬੀਰਨ ਬਲੀ, ਮਾਸ ਆਹਾਰ ਤਾਰੀ ਬਜਾਵੇ। ਭੂਤ ਪ੍ਰੇਤ ਅਤੇ ਬੈਤਾਲ ਅਤੇ ਹੋਰ ਵੀ ਜਿੰਨੇ ਮਾਸ ਖਾਣ ਵਾਲੇ ਬਲੀ ਬੀਰ ਹਨ, ਉਹ ਸਭ ਤਾੜੀਆਂ ਮਾਰਦੇ ਹਨ। ਜਚ ਗੰਧਰਬ ਔ ਸਰਬ ਵਿਦਿਆਤਰਨ, ਮਧ ਆਕਾਸ ਪਇਓ ਸਦ ਦੇਵਨ। ਜਚ ਗੰਧਰਬ ਸਾਰੇ ਵਿਦਿਆਤਰ ਅਤੇ ਦੇਵਤੇ, ਇਹਨਾਂ ਸਭਨਾਂ ਦਾ ਆਕਾਸ਼ ਵਿੱਚ ਸਦ ਹੋ ਰਿਹਾ ਹੈ। ਲੁੱਥ ਬਿਦੁਰਥੀ ਹੂ ਕਹੂੰ ਪਰੀ, ਮੱਛੀਅਨ ਜੁਧ ਅਨੂਪ ਅਤੇਵਨ। ਲੋਥਾਂ ਖਿੰਡੀਆਂ ਪਈਆਂ ਹਨ। ਸ਼ੋਰ ਸ਼ਰਾਬਾ ਮਚਿਆ ਹੋਇਆ ਹੈ। ਇਸ ਤਰ੍ਹਾਂ ਬਹੁਤ ਹੀ ਵੱਡਾ ਅਨੁਪਮ ਯੁੱਧ ਹੋ ਰਿਹਾ ਹੈ। ਸੰਗੀਤ ਛਪੇ ਛੰਦ। ਕਾਗੜ ਦੀ ਕੁੱਪਿਓ ਕੱਪ ਕਟਕ, ਬਾਗੜ ਦੀ ਬਾਜਨ ਰਣ ਭਜੀਆ। ਇੱਥੇ ਹਰ ਚਰਨ ਦਾ ਪਹਿਲਾ ਸ਼ਬਦ ਮ੍ਰਿਦੰਗ ਦੇ ਬੋਲਾਂ ਦੀ ਭੂਮਿਕਾ ਨਿਭਾਉਂਦਾ ਹੈ। ਬੰਦਰਾਂ ਦੀ ਸੈਨਾ ਨੇ ਕ੍ਰੋਧ ਕੀਤਾ ਹੈ। ਰਣ ਵਿੱਚ ਵਾਜੇ ਵੱਜਦੇ ਹਨ। ਕਾਗੜ ਦੀ ਕੁੱਪਿਓ ਕੱਪ ਕਟਕ, ਬਾਗੜ ਦੀ ਬਾਜਨ ਰਣ ਭਜੀਆ। ਕਾਗੜ ਦੀ ਤੇਗ ਚਲ ਹਲੀ, ਗਾਗੜ ਦੀ ਜੋਧਾ ਗਲ ਗਜੀਆ। ਤੇਗਾਂ ਚਿਲਮਿਲ ਕਰਦੀਆਂ ਹਨ। ਯੋਧੇ ਸਿੰਘ ਨਾਦ ਕਰਦੇ ਹਨ। ਸਾਗੜ ਦੀ ਸੂਰ ਸਮੂਹੇ, ਨਾਗੜ ਦੀ ਨਾਰਦ ਮੁਨ ਨਚਿਓ। ਯੋਧੇ ਇੱਕ ਦੂਜੇ ਦੇ ਸਾਹਮਣੇ ਹੋਏ ਹਨ ਅਤੇ ਨਾਰਦ ਮੁਨੀ ਨੇ ਨਾਚ ਸ਼ੁਰੂ ਕੀਤਾ ਹੈ। ਬਾਗੜ ਦੀ ਬੀਰ ਬੈਤਾਲ, ਆਗੜ ਦੀ ਆਰਨ ਰੰਗ ਰਚਿਓ। ਬੀਰ ਬੈਤਾਲ ਯੁੱਧ ਭੂਮੀ ਵਿੱਚ ਫਿਰਦਾ ਹੈ। ਸਾਰਿਆਂ ਦਾ ਲਹੂ ਨਾਲ ਲਾਲ ਰੰਗ ਬਣਿਆ ਹੋਇਆ ਹੈ। ਸੰਸਾਗੜ ਦੀ ਸੁਭਟ ਨੱਚੇ ਸਮਰ, ਫਾਗੜ ਦੀ ਫੰਕ ਫਣੀਹਰ ਕਰੇ। ਸੰਸਾਗੜ ਦੀ ਸੁਭਟ ਨੱਚੇ ਸਮਰ, ਫਾਗੜ ਦੀ ਫੰਕ ਫਣੀਹਰ ਕਰੇ। ਸੂਰਮੇ ਰਣ ਭੂਮੀ ਵਿੱਚ ਨੱਚਦੇ ਹਨ ਅਤੇ ਤੀਰ ਸੱਪ ਦੇ ਫੁੰਕਾਰੇ ਵਾਂਗੂ ਛੂਕਦੇ ਹਨ। ਸੰਸਾਗੜ ਦੀ ਸਮਟੇ ਸੁੰਕੜੇ, ਫਣਪਤੀ ਫਣ ਫਿਰ ਫਿਰ ਤਰੇ। ਅਜਿਹੇ ਭਿਆਨਕ ਯੁੱਧ ਤੋਂ ਡਰ ਕੇ ਸ਼ੇਸ਼ਨਾਗ ਸੁੰਗੜ ਕੇ ਸਿਮਟਦਾ ਜਾਂਦਾ ਹੈ ਅਤੇ ਉਸ ਦਾ ਫਣ ਡਾਵਾਡੋਲ ਹੋ ਰਿਹਾ ਹੈ। ਫਾਗੜ ਦੀ ਫੁੰਕ ਫਿੰਕਰੀ, ਰਾਗੜ ਦੀ ਰਣ ਗਿੱਧ ਰੜਕੇ। ਰਣ ਵਿੱਚ ਗਿੱਦੜੀਆਂ ਫਿਰਦੀਆਂ ਹਨ ਅਤੇ ਗਿਰਛਾਂ ਬੋਲਦੀਆਂ ਹਨ। ਲਾਗੜ ਦੀ ਲੁੱਥ ਬਿਥੁਰੀ, ਪਾਗੜ ਦੀ ਪੱਟ ਕਾਏ ਪਪਕੇ। ਲੋਥਾਂ ਖਿਲਰੀਆਂ ਪਈਆਂ ਹਨ ਅਤੇ ਸੂਰਮਿਆਂ ਦੇ ਘਾਉ ਪੱਕ ਪੱਕ ਕਰਦੇ ਹਨ। ਬਾਗੜ ਦੀ ਬਰਖਤ ਬਾਣ, ਚਾਗੜ ਦੀ ਚਲਮ ਲੱਤ ਕਿਰਪਾਣਨ। ਤੀਰਾਂ ਦੀ ਵਰਖਾ ਹੋ ਰਹੀ ਹੈ ਅਤੇ ਤਲਵਾਰਾਂ ਚਮਕ ਰਹੀਆਂ ਹਨ। ਗਾਗੜ ਦੀ ਗੱਜ ਸੰਜਰੇ,
ਕਾਗੜ ਦੀ ਕੱਚੇ ਕਿੰਕਾਣਨ। ਹਾਥੀ ਘੁਲ ਰਹੇ ਹਨ, ਘੋੜੇ ਬਿਦਕ ਰਹੇ ਹਨ। ਬੰਬਾਗੜ ਦੀ ਬਹਤ ਬੀਰਨ ਸਿਰਨ, ਤਾਗੜ ਦੀ ਤਮਕ ਤੇਗਨ ਕੜੀਅਨ। ਸੂਰਮਿਆਂ ਦੇ ਸਿਰਾਂ ਉੱਤੇ ਗੁੱਸੇ ਨਾਲ ਕਠੋਰ ਤਲਵਾਰਾਂ ਚੱਲ ਰਹੀਆਂ ਹਨ। ਚੰਚਾਗੜ ਦੀ ਚੜਕ ਦੇ ਚੜ ਸਮੇਂ, ਚਲਮਲ ਚੁੱਕ ਬਿਜੁਲ ਚੜੀਅਨ। ਜਿਨ੍ਹਾਂ ਦੀ ਝਣਕਾਰ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਮਾਨੋ ਚੜ੍ਹ ਵੇਲੇ ਝੁਕੇ ਹੋਏ ਬੱਦਲਾਂ ਵਿੱਚੋਂ ਬਿਜਲੀ ਝਲਕਦੀ ਹੈ। ਨਾਗੜ ਦੀ ਨਾਰਾਤਕ ਗਿਰਤ, ਦਾਗੜ ਦੀ ਦੇਵਾਤਕ ਧਾਇਓ। ਨਰਾਤਕ ਦੇ ਡਿੱਗ ਪੈਣ ਤੇ ਦੇਵਾਤਕ ਧਾਵਾ ਕਰਕੇ ਪਿਆ। ਜਾਗੜ ਦੀ ਜੁਧ ਕਰ ਤੁਮਲ, ਸਾਗੜ ਦੀ ਸੁਰਲੋਕ ਸਿਧਾਇਓ। ਅਤੇ ਤੁਮਲ ਯੁੱਧ ਮਚਾ ਕੇ ਸੁਰਲੋਕ ਚਲਾ ਗਿਆ। ਦਾਗੜ ਦੀ ਦੇਵ ਰਹਿਸੰਤ, ਆਗੜ ਦੀ ਆਸੁਰਣ ਰਣ ਸੋਗਨ। ਜਿਸ ਕਰਕੇ ਦੇਵਤੇ ਪ੍ਰਸੰਨ ਹੋਏ ਅਤੇ ਦੈਂਤਾਂ ਲਈ ਰਣ ਵਿੱਚ ਸੋਗ ਪੈ ਗਿਆ। ਸਾਗੜ ਦੀ ਸਿੱਧ ਸਰ ਸੰਤ, ਨਾਗੜ ਦੀ ਨਾਚਤ ਤਜ ਜੋਗਨ। ਸਿੱਧ ਅਤੇ ਸੰਤ ਆਨੰਦਿਤ ਹੋ ਕੇ ਸਮਾਧੀਆਂ ਨੂੰ ਤਿਆਗ ਕੇ ਨਾਚ ਕਰਨ ਲੱਗ ਪਏ। ਖੰਖਾਗੜ ਦੀ ਖੰਖਾਗੜ ਦੀ ਖਿਆਹ ਪਏ ਪ੍ਰਾਪਤ, ਖਲ ਪਾਗੜ ਦੀ ਪੁਹਪ ਡਾਰਤ ਅਮਰ। ਜਦ ਦੁਸ਼ਟ ਪੁਰਸ਼ ਨਸ਼ਟ ਹੋ ਗਏ ਤਾਂ ਦੇਵਤੇ ਫੁੱਲ ਵਰਸਾਉਣ ਲੱਗੇ। ਜੰਜਾਗੜ ਦੀ ਸਕਲ ਜੈ ਜੈ ਜਪੇ, ਸਾਗੜ ਦੀ ਸੁਰ ਪੁਰਹੇ ਨਾਰ ਨਰ। ਸਵਰਗ ਲੋਕ ਦੇ ਸਾਰੇ ਇਸਤਰੀ ਪੁਰਸ਼ ਜੈ ਜੈਕਾਰ ਜਪ ਰਹੇ ਹਨ। ਰਾਗੜ ਦੀ ਰਾਵਣਹਿ ਸੁਣਾਇਓ, ਸਾਗੜ ਦੀ ਦਉ ਸੁਤ ਰਣ ਜੁਝੇ। ਰਾਵਣ ਨੇ ਸੁਣਿਆ ਕਿ ਦੋਵੇਂ ਪੁੱਤਰ ਰਣ ਵਿੱਚ ਜੂਝ ਮੋਏ ਹਨ। ਬਾਗੜ ਦੀ ਬੀਰ ਬਹੋ ਗਿਰੇ, ਆਗੜ ਦੀ ਆਹ ਵਹਿ ਅਰੁਝੇ। ਹੋਰ ਵੀ ਬਹੁਤ ਸੂਰਮੇ ਡਿੱਗ ਪਏ ਹਨ ਅਤੇ ਕਈ ਯੁੱਧ ਵਿੱਚ ਰੁੱਝੇ ਹੋਏ ਹਨ। ਲਾਗੜ ਦੀ ਲੁੱਥ ਬਿਥੁਰੀ, ਚਾਗੜ ਦੀ ਚਾਵੰਡ ਚਿੰਕਾਰਨ। ਲੋਥਾਂ ਖਿੰਡੀਆਂ ਪਈਆਂ ਹਨ ਅਤੇ ਇੱਲਾਂ ਚੀਕਦੀਆਂ ਹਨ। ਨਾਗੜ ਦੀ ਨਦ ਪਏ ਗਦ, ਕਾਗੜ ਦੀ ਕਾਲੀ ਕਿਲਕਾਰਨ। ਰਣਭੂਮੀ ਵਿੱਚ ਗਦ ਦਾ ਸਮੁੰਦਰ ਬਣ ਗਈ ਹੈ ਅਤੇ ਕਾਲੀ ਕਿਲਕਾਰ ਰਹੀ ਹੈ। ਪੰਪਾਗੜ ਦੀ ਭਯੰਕਰ ਜੁਧ ਪਇਓ, ਜਾਗੜ ਦੀ ਜੁਹ ਜੁਗਣ ਜੁਰੀਆ। ਬਹੁਤ ਭਿਆਨਕ ਯੁੱਧ ਹੋਇਆ ਹੈ ਜਿਸ ਵਿੱਚ ਜੋਗਣਾਂ ਦੇ ਝੁੰਡ ਜੜੇ ਹੋਏ ਹਨ। ਕੰਕਾਗੜ ਦੀ ਕਿਲਕਤ ਕੋਹਰ ਕਰ, ਪਾਗੜ ਦੀ ਪੱਤਰ ਛੜੋਨਤ ਪਰਿਆ। ਜੋ ਕੂੰ ਕੂੰ ਕਰਕੇ ਕਿਲਕਾਰਦੀਆਂ ਹਨ ਅਤੇ ਲਹੂ ਦੇ ਖੋਪਰ ਭਰਦੀਆਂ ਹਨ। ਇਤ ਦੇਵਾਤਕ ਨਰਾਤਕ ਬਧੇ ਧਿਆਏ ਸਮਾਪਤਮ ਸਤ। ਇੱਥੇ ਦੇਵਾਤਕ ਨਰਾਤਕ ਬਧੇ ਅਧਿਆਇ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।